ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਲੇ ਸੋ ਬੋਲੇ ਪ੍ਰਭੂ ਜਗਤ ਲਾਜ ਕੋ ਛੋਰ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਨੇ ਕਿ ਹੁਣ ਸੰਸਾਰ ਦੀ ਲਾਜ ਨੂੰ ਛੱਡ ਕਰਕੇ ਅਪਰ ਰੀਤ ਵਰਤ ਹੈ ਅਬ ਹੈ ਰਹੋ ਬੇਬੇ ਘਰ ਔਰ। ਹੁਣ ਅਸੀਂ ਸੰਸਾਰਕ ਲਾਜ ਨੂੰ ਛੱਡ ਕਰਕੇ ਹੋਰ ਰੀਤ ਦੇ ਅਨੁਸਾਰ ਵਰਤਣ ਲੱਗੇ ਹਾਂ। ਤੇ ਹੁਣ ਆਪ ਜੀ ਕਿਰਪਾ ਕਰਕੇ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਉਤਨਾ ਸਮਾਂ ਰੁਕਣਾ ਕਰੋ। ਤਥਾ ਭਗੀਰਥ ਸੋ ਭਨਿਓ ਕਬ ਕਬ ਦਰਸ ਹੋ ਆਏ। ਉਵੇਂ ਹੀ ਸਤਿਗੁਰੂ ਗਰੀਬ ਨਵਾਜ ਜੀਆਂ ਨੇ ਭਾਈ ਭਗੀਰਥ ਨੂੰ ਵੀ ਬਚਨ ਕੀਤੇ ਹਨ ਕਿ ਹੇ ਭਾਈ ਭਗੀਰਥ ਜੀ, ਤੁਸੀਂ ਵੀ ਕਦੇ ਕਦੇ ਸਾਡੇ ਆ ਕਰਕੇ ਦਰਸ਼ਨ ਕਰਨੇ। ਪੂਰਬ ਕੇ ਵਿਵਹਾਰ ਜੋ ਤਿਨਹੂ ਅਬ ਮਨ ਲਿਆਏ। ਜਿਹੜੇ ਪਹਿਲਾਂ ਦੇ ਵਿਵਹਾਰ ਹਨ, ਜਿਵੇਂ ਆਪ ਦੀ ਨਿਤਾ ਪ੍ਰਤੀ ਸਾਡੀ ਸੇਵਾ ਕਰਦੇ ਹੋ, ਇੱਥੇ ਰਹਿੰਦੇ ਹੋ, ਉਹਨਾਂ ਵਿਵਹਾਰਾਂ ਨੂੰ ਹੁਣ ਆਪ ਜੀ ਮਨ ਦੇ ਵਿੱਚ ਨਾ ਲਿਆਉਣਾ ਕਰੋ ਤੇ ਕਦੇ ਕਦੇ ਇੱਥੇ ਆ ਕਰਕੇ ਸਾਡੇ ਦਰਸ਼ਨ ਕਰਨੇ। ਸਵਈਆ ਏਕ ਸਮੈ ਜਲ ਈਸਰ ਕੋ ਸੁਖ ਰਾਸ ਆਕਾਸ਼ ਭਈ ਸੁਭ ਬਾਣੀ। ਤੇ ਉਧਰ ਇੱਕ ਸਮੇਂ ਜਲ ਈਸ਼ਵਰ ਕੋ ਭਾਵ ਕਿ ਵਰੁਣ ਦੇਵਤਾ ਨੂੰ, ਜਲ ਦੇਵਤਾ ਨੂੰ ਆਕਾਸ਼ਬਾਣੀ ਪ੍ਰਮਾਤਮਾ ਵੱਲੋਂ ਸ਼ੁਭ ਆਕਾਸ਼ਬਾਣੀ ਹੋਈ ਹੈ। ਨਾਨਕ ਪਾਸ ਹੋਲਾ ਸਿਅ ਸੋ ਪਠਵੋ ਤੁਮ ਜਾਸੋ ਹਿਰਦੈ ਸੁਖ ਦਾਨੀ। ਇਹ ਆਕਾਸ਼ਬਾਣੀ ਹੋਈ ਕਿ ਹੇ ਵਰੁਣ ਦੇਵਤਾ ਜੀ, ਤੁਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੇ ਪਾਸ ਬੜੀ ਖੁਸ਼ੀ ਦੇ ਨਾਲ ਜਾ ਕਰਕੇ ਤੇ ਉਹਨਾਂ ਨੂੰ ਅਕਾਲ ਪੁਰਖ ਪਰਮਾਤਮਾ ਦੇ ਪਾਸ ਭੇਜਣਾ ਕਰੋ। ਕਾਨ ਸੁਨੇ ਮਨ ਮਾਨ ਗੁਨੀ ਭਈ ਦੇਹ ਦੁਨੀ ਤਰ ਅਰ ਜਯੋ ਮਿਲ ਪਾਨੀ। ਤੇ ਇਹ ਜਦੋਂ ਵਰੁਣ ਦੇਵਤਾ ਨੇ ਆਪਣੇ ਕੰਨਾਂ ਦੇ ਵਿੱਚ ਆਕਾਸ਼ਬਾਣੀ ਸੁਣੀ ਹੈ ਤੇ ਬੜਾ ਪ੍ਰਸੰਨ ਹੋਇਆ ਹੈ। ਆਕਾਸ਼ਬਾਣੀ ਸੁਣ ਕਰਕੇ ਮਨ ਦੇ ਵਿੱਚ ਮੰਨੀ ਹੈ, ਸਮਝੀ ਹੈ ਤੇ ਵਿਚਾਰੀ ਹੈ। ਤੇ ਇਸ ਨੂੰ ਸੁਣ ਕਰਕੇ ਮਾਨੋ ਉਸ ਦੀ ਦੇਹ ਦੁਨੀ, ਜਿਹੜੀ ਦੇਹ ਹੈ, ਉਸਦਾ ਸਰੀਰ ਹੈ, ਉਹ ਦੁੱਗਣਾ ਹੋ ਗਿਆ ਹੈ। ਜਿਵੇਂ ਕਿਸੇ ਦਰਖਤ ਨੂੰ ਪਾਣੀ ਮਿਲ ਗਿਆ ਹੋਵੇ, ਇਤਨਾ ਪ੍ਰਸੰਨ ਹੋ ਰਿਹਾ ਹੈ। ਦੇਹ ਧਰੀ ਕਰਤਾਰ ਹਰੀ ਬਿਦ ਹੋਏ ਖਰੀ ਪਰਸੋ ਗਤ ਦਾਨੀ। ਤੇ ਉਸ ਅਕਾਲ ਪੁਰਖ ਪਰਮਾਤਮਾ ਨੇ ਸੰਸਾਰ ਦੇ ਉੱਪਰ ਸਰੀਰ ਧਾਰਨ ਕੀਤਾ ਹੈ, ਪੰਜ ਭੌਤਿਕ ਸਰੀਰ ਧਾਰਿਆ ਹੈ। ਵਰੁਣ ਦੇਵਤਾ ਨੇ ਆਪਣੇ ਹਿਰਦੇ ਵਿੱਚ ਵਿਚਾਰਿਆ ਹੈ ਕਿ ਉਹਨਾਂ ਦੇ ਮੈਂ ਚਰਨਾਂ ਨੂੰ ਛੂਹਣਾ ਕਰਾਂਗਾ, ਉਹਨਾਂ ਦੇ ਸਰੀਰ ਨੂੰ ਸਪਰਸ਼ ਕਰਾਂਗਾ, ਇਹ ਬੜੀ ਚੰਗੀ ਗੱਲ ਹੋਵੇਗੀ। ਵੇਈ ਮੈਂ ਆਏ ਨਿਵਾਸ ਕਰਾ ਜਿਹ ਪਾਸ ਆਵਾਸ ਗੁਰੂ ਤਨ ਧਾਰੀ। ਤੇ ਇਸ ਤਰ੍ਹਾਂ ਵਰੁਣ ਦੇਵਤਾ ਨੇ ਵੇਈ ਨਦੀ ਦੇ ਵਿੱਚ ਆ ਕਰਕੇ ਆਪਣਾ ਵਾਸਾ ਕੀਤਾ ਹੈ। ਜਿਸ ਵੇਈ ਨਦੀ ਦੇ ਪਾਸ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸੁਲਤਾਨਪੁਰ ਸਾਹਿਬ ਨਗਰ ਦੇ ਵਿੱਚ ਰਹਿਣਾ ਕਰਦੇ ਹਨ। ਆਨ ਸਨਾਨ ਕਰੈ ਜਿਹ ਥਾਨ ਰਹਿਓ ਮਤਵਾਨ ਤਹਾ ਮਿਲਵਾਰੀ। ਤੇ ਜਿੱਥੇ ਸਤਿਗੁਰੂ ਗਰੀਬ ਨਵਾਜ ਹਰ ਰੋਜ਼ ਆ ਕਰਕੇ ਇਸ਼ਨਾਨ ਕਰਦੇ ਹਨ, ਉਸ ਥਾਂ ਤੇ ਪਾਣੀ ਦੇ ਵਿੱਚ ਮਿਲ ਕਰਕੇ ਵਰੁਣ ਦੇਵਤਾ ਰਹਿ ਰਿਹਾ ਹੈ। ਜਾਤ ਵੱਡੀ ਪ੍ਰਭਾਤ ਕੋ ਨਾਤ ਕਿਦੋ ਰਸ ਸ਼ਾਂਤ ਕਲੇ ਵਰਚਾਰੀ। ਮਾਨੋ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਜਦੋਂ ਸਤਿਗੁਰੂ ਗਰੀਬ ਨਵਾਜ ਜੀ ਇਸ਼ਨਾਨ ਕਰਨ ਵਾਸਤੇ ਜਾਂਦੇ ਹਨ ਤੇ ਐਵੇਂ ਪ੍ਰਤੀਤ ਹੁੰਦਾ ਹੈ ਕਿ ਸ਼ਾਂਤੀ ਨੇ ਹੀ ਆਪਣਾ ਸਰੀਰ ਧਾਰਨ ਕੀਤਾ ਹੋਵੇ। ਤੇ ਵੱਡੀ ਸਵੇਰ ਨੂੰ ਸਤਿਗੁਰੂ ਗਰੀਬ ਨਵਾਜ ਜੀ ਨਿੱਤਾ ਪ੍ਰਤੀ ਇਸ਼ਨਾਨ ਕਰਨ ਵਾਸਤੇ ਉੱਥੇ ਜਾਂਦੇ ਹਨ। ਵਾਸਰਤਾ ਇਕ ਦਾਸ ਹੈ ਪਾਸ ਸੋ ਵਾਸ ਲਿਏ ਕਰੀ ਸੰਗ ਤਿਆਰੇ। ਤੇ ਉਸ ਦਿਨ ਵੀ ਸਤਿਗੁਰੂ ਗਰੀਬ ਨਵਾਜ ਜੀਆਂ ਨੇ ਜਦੋਂ ਇਸ਼ਨਾਨ ਕਰਨ ਵਾਸਤੇ ਜਾਣਾ ਸੀ ਤੇ ਸਤਿਗੁਰੂ ਜੀ ਦੇ ਪਾਸ ਇੱਕ ਸੇਵਕ ਸੀ, ਉਸ ਸੇਵਕ ਨੂੰ ਨਾਲ ਲਿਆ ਹੈ। ਸੁਬਾਸ ਲਏ ਕਰੀ ਸੰਗ ਤਿਆਰੀ, ਨਾਲ ਵਸਤਰ ਲਏ ਹਨ, ਸੇਵਕ ਨੇ ਨਾਲ ਵਸਤਰ ਚੱਕੇ ਹਨ ਤੇ ਨਾਲ ਜਾਣ ਵਾਸਤੇ ਇਸ਼ਨਾਨ ਵਾਸਤੇ ਤਿਆਰੀ ਕੀਤੀ ਹੈ। ਆਪਨ ਤੇ ਚਲ ਨੀਰ ਕੇ ਤੀਰ ਪੈ ਦਸਤਨ ਧਾਵਨ ਆਨ ਕਰੇ। ਤੇ ਉਥੋਂ ਸਤਿਗੁਰੂ ਗਰੀਬ ਨਵਾਜ ਜੀਆਂ ਨੇ ਮੋਦੀ ਖਾਨੇ ਦੀ ਹੱਟ ਤੋਂ ਚੱਲ ਕਰਕੇ ਵੇਈ ਨਦੀ ਦੇ ਕੰਢੇ ਤੇ ਆ ਕਰਕੇ ਦਾਤਨ ਕੀਤੀ ਹੈ। ਉੱਥੇ ਮਹਾਰਾਜ ਸਾਹਿਬ ਜੀਆਂ ਨੇ ਜਿਹੜੀ ਦਾਤਨ ਕੀਤੀ ਹੈ। ਗਾੜ ਦੇ ਤਰ ਹੋਤ ਭਇਓ ਤਰ ਹੈ ਅਵਲੋਵਰ ਸੋ ਬਦਰੀ। ਤੇ ਉਸ ਦਾਤਨ ਨੂੰ ਮਹਾਰਾਜ ਨੇ ਦਾਤਨ ਕਰਕੇ ਤੇ ਉਸੇ ਤਰ੍ਹਾਂ ਧਰਤੀ ਦੇ ਵਿੱਚ ਗੱਡ ਦੇਣਾ ਕੀਤਾ ਹੈ। ਜਦੋਂ ਧਰਤੀ ਦੇ ਵਿੱਚ ਗੱਡਿਆ ਤੇ ਉਸ ਤੋਂ ਕੁਝ ਸਮੇਂ ਬਾਅਦ, ਕੁਝ ਸਾਲਾਂ ਬਾਅਦ ਹੋਤ ਪਇਓ ਧਰ, ਉਹ ਜਿਹੜਾ ਦਾਤਨ ਸੀ ਉਹ ਦਰਖਤ ਬਣ ਗਿਆ ਹੈ।
ਪੁਰਾਤਨ ਸਮਿਆਂ ਦੇ ਅੰਦਰ ਇਸੇ ਤਰ੍ਹਾਂ ਕਰਦੇ ਸਨ, ਜਿੱਥੇ ਵੀ ਕੋਈ ਦਾਤਨ ਕਰਦਾ ਸੀ ਉਸ ਨੂੰ ਧਰਤੀ ਦੇ ਵਿੱਚ ਗੱਡ ਦਿੰਦੇ ਸਨ। ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦਾ ਵੀ ਇੱਥੇ ਮੁਕਤਸਰ ਸਾਹਿਬ ਦੇ ਪਾਸ ਸਥਾਨ ਹੈ ਦਾਤਣਸਰ। ਮਹਾਰਾਜ ਸਾਹਿਬ ਜੀਆਂ ਨੇ ਵੀ ਇੱਥੇ ਦਾਤਨ ਕਰਕੇ ਉਸੇ ਤਰ੍ਹਾਂ ਧਰਤੀ ਦੇ ਵਿੱਚ ਗੱਡੀ ਸੀ। ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਨੇ ਸਵੇਈ ਨਦੀ ਦੇ ਪਾਸ ਜਿਹੜੀ ਦਾਤਨ ਗੱਡੀ ਹੈ, ਹੋਤ ਪਇਓ ਤਰ, ਉਹ ਦਰਖਤ ਬਣ ਗਿਆ ਹੈ। ਤੇ ਇਹ ਜੋ ਬੇਰੀ ਦਾ ਦਰਖਤ ਹੈ, ਬੇਰੀ ਦੀ ਦਾਤਨ ਸੀ ਤੇ ਹੁਣ ਤੱਕ ਇਹ ਸੁਲਤਾਨਪੁਰ ਸਾਹਿਬ ਦੇ ਵਿੱਚ ਸੁਭਾਏਮਾਨ ਹੈ। ਸੁਲਤਾਨਪੁਰ ਸਾਹਿਬ ਜਦੋਂ ਜਾਂਦੇ ਹਾਂ ਤੇ ਉੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਆਉਂਦਾ ਹੈ। ਉੱਥੇ ਇਹ ਬੇਰ ਸਾਹਿਬ ਦਾ ਪੁਰਾਣਾ ਜਿਹੜਾ ਦਰਖਤ ਹੈ ਬੜਾ ਪੁਰਾਤਨ ਹੈ, ਇਸ ਦੀ ਹਾਲਤ ਬਹੁਤ ਬਜ਼ੁਰਗ ਬਿਰਧ ਹੋ ਚੁੱਕੀ ਹੈ। ਤੇ ਅੱਜ ਤੱਕ ਇਸ ਬੇਰੀ ਦਾ ਪ੍ਰਸ਼ਾਦ ਉੱਥੇ ਆਈਆਂ ਹੋਈਆਂ ਸੰਗਤਾਂ ਨੂੰ, ਸ਼ਰਧਾਲੂਆਂ ਨੂੰ, ਸੇਵਕਾਂ ਵੱਲੋਂ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਉਹ ਬੇਰੀ ਦਾ ਦਰਖਤ ਹੈ, ਸਤਿਗੁਰੂ ਗਰੀਬ ਨਿਵਾਜ ਜੀਆਂ ਨੇ ਦਾਤਨ ਕਰਕੇ ਉੱਥੇ ਗੱਡਿਆ ਸੀ, ਉਹ ਦਰਖਤ ਬਣ ਗਿਆ। ਤੇ ਅੱਜ ਤੱਕ ਉਹ ਬੇਰੀ ਜਿਹੜੀ ਹੈ ਸੁਲਤਾਨਪੁਰ ਸਾਹਿਬ ਦੇ ਵਿੱਚ ਸੁਭਾਏਮਾਨ ਹੈ। ਆਨਨ ਆਰੋਣ ਜਾਤ ਪਖਾਰਤ, ਦਾੰਤ ਜਿਉ ਹੀਰਨ ਪਾਤ ਖਰੇ। ਤੇ ਦਾਤਨ ਕਰਨ ਤੋਂ ਉਪਰੰਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਨੇ ਆਪਣੇ ਕਮਲ ਵਰਗੇ ਸੁੰਦਰ ਮੁਖੜੇ ਨੂੰ ਧੋਤਾ ਹੈ। ਠਾਂਡ ਹਵੈ ਤੀਰ ਦਿਓ ਪਦ ਨੀਰ, ਗਏ ਮਦ ਧੀਰ ਅਧੀਰ ਹਰੇ। ਤੇ ਦਾਤ ਜਿਉ ਹੀਰਨ ਪਾਤ ਖਰੀ। ਤੇ ਸਤਿਗੁਰੂ ਗਰੀਬ ਨਿਵਾਜ ਜੀਆਂ ਦੇ ਦੰਦ ਇਸ ਤਰ੍ਹਾਂ ਚਮਕਦੇ ਹਨ, ਸ਼ੋਭਾ ਪਾਉਂਦੇ ਹਨ, ਜਿਵੇਂ ਮਾਨੋ ਖਰੇ ਹੀਰਿਆਂ ਦੀ ਪਾਤ ਪੰਕਤੀ ਜੁੜੀ ਹੋਵੇ। ਇਸ ਤਰ੍ਹਾਂ ਸਤਿਗੁਰੂ ਜੀ ਦੇ ਦੰਦ ਪ੍ਰਤੀਤ ਹੁੰਦੇ ਹਨ। ਠਾਂਡ ਹੋਇ ਤੀਰ ਦਏ ਪਦ ਨੀਰ, ਗਏ ਮਦ ਧੀਰ ਅਧੀਰ ਹਰੀ। ਧੀਰਜਤਾ ਨੂੰ ਦੇਣ ਵਾਲੇ, ਅਧੀਰਜਤਾ ਹਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਵੇਈ ਨਦੀ ਦੇ ਪਾਸ ਖੜੇ ਹੋਏ ਹਨ। ਆਪਣੇ ਚਰਨ ਸਤਿਗੁਰੂ ਜੀ ਨੇ ਵੇਈ ਨਦੀ ਦੇ ਅੰਦਰ ਪ੍ਰਵੇਸ਼ ਕੀਤੇ ਹਨ ਤੇ ਪਾਣੀ ਦੇ ਵਿੱਚ ਵਿਚਾਲੇ ਜਾਣਾ ਕੀਤਾ ਹੈ। ਵਾਰ ਵੇਖੇ ਇੱਕ ਵਾਰ ਕੀਓ ਬਪ, ਆਨ ਖਰਾ ਪਤਵਾਰ ਅਗਾਰੇ। ਸਤਿਗੁਰੂ ਗਰੀਬ ਨਿਵਾਜ ਜੀਆਂ ਨੇ ਵੇਈ ਨਦੀ ਦੇ ਜਲ ਦੇ ਵਿੱਚ ਇੱਕ ਵਾਰੀ ਆਪਣੇ ਸਰੀਰ ਦੀ ਡੁਬਕੀ ਲਾਈ ਹੈ, ਇੱਕ ਵਾਰੀ ਇਸ ਸਰੀਰ ਨੂੰ ਜਲ ਦੇ ਵਿੱਚ ਡੁਬੋਇਆ ਹੈ। ਆਨ ਖਰਾ ਪਤਵਾਰ ਅਗਾਰੀ, ਅੱਗੇ ਜਲ ਦਾ ਦੇਵਤਾ ਵਰੁਣ ਦੇਵਤਾ ਅੱਗੇ ਆ ਕਰਕੇ ਸਤਿਗੁਰੂ ਗਰੀਬ ਨਿਵਾਜ ਜੀਆਂ ਦੇ ਸਨਮੁਖ ਖੜਾ ਹੋ ਗਿਆ ਹੈ। ਆਨੰਦ ਕੰਦ ਪਦਮ ਅਰਵਿੰਦ, ਦੋ ਕਰ ਬੰਦ ਹੈ ਬੰਧਨ ਧਾਰੇ। ਤੇ ਉਸ ਵਰੁਣ ਦੇਵਤੇ ਨੇ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕਮਲ ਵਰਗੇ ਚਰਨਾਂ ਦੇ ਉੱਪਰ ਨਮਸਕਾਰ ਕੀਤੇ ਹੈ। ਲੋਚਨ ਗੋਚਰ ਸੋਚ ਬਿਮੋਚਨ, ਰੂਪ ਬਲੋਕਤ ਭਾ ਸੁਖ ਭਾਰੇ। ਸਤਿਗੁਰੂ ਗਰੀਬ ਨਿਵਾਜ ਜੀਆਂ ਦੇ ਪ੍ਰਤੱਖ ਦਰਸ਼ਨ ਕਰਕੇ ਸੋਚ ਵਿਮੋਚਨ, ਸੋਚਾਂ ਨੂੰ ਕੱਟਣ ਵਾਲੇ ਸਤਿਗੁਰਾਂ ਜੀ ਦੇ ਪ੍ਰਤੱਖ ਦਰਸ਼ਨਾਂ ਨੂੰ ਕਰਕੇ ਬੜਾ ਸੁਖ ਪ੍ਰਾਪਤ ਹੋਇਆ ਹੈ ਵਰੁਣ ਦੇਵਤੇ ਨੂੰ। ਬੋਲ ਕਪੋਲਨ ਬੋਲਤ ਭਾ, ਰਖਾਏ ਅਤੋਲਨ ਹਵੈ ਬਲਹਾਰੇ। ਤੇ ਬਲਿਹਾਰ ਹੋ ਕਰਕੇ ਸਤਿਗੁਰੂ ਜੀ ਤੋਂ ਬਲਿਹਾਰ ਕੁਰਬਾਨ ਜਾ ਕਰਕੇ ਬੜੀ ਪ੍ਰਸੰਨਤਾ ਦੇ ਸਹਿਤ ਵਰੁਣ ਦੇਵਤਾ ਨੇ ਆਪਣੇ ਗੱਲਾਂ ਨੂੰ ਖੋਲਦਿਆਂ ਹੋਇਆ ਆਪਣੇ ਸੁੰਦਰ ਮੁਖ ਦੇ ਵਿੱਚੋਂ ਪਾਵਨ ਸ਼ਬਦ ਉਚਾਰਨ ਕੀਤੇ ਹਨ। ਬੜੇ ਪ੍ਰਸੰਨ ਹੋ ਕਰਕੇ ਸਤਿਗੁਰੂ ਜੀ ਦੇ ਤਾਈਂ ਸੁਨੇਹਾ ਜੋ ਹੈ ਸੁਣਾਇਆ ਹੈ। ਬਾਨੀ ਆਕਾਸ਼ ਭਏ ਸੁਖ ਰਾਸ ਕੇ, ਜਬ ਹੋ ਪਾਸ ਅਵੈ ਕਰਤਾਰਾ। ਉਸ ਨੇ ਸੁਨੇਹਾ ਸੁਣਾਇਆ ਸਤਿਗੁਰੂ ਮਹਾਰਾਜ ਨੂੰ ਕਿ ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਬਾਨੀ ਆਕਾਸ਼ ਭਈ ਸੁਖ ਰਾਸ ਕੀ। ਅਕਾਲ ਪੁਰਖ ਪਰਮਾਤਮਾ ਦੀ ਸ਼ੁਭ ਆਕਾਸ਼ ਬਾਣੀ ਹੋਈ ਹੈ। ਆਪ ਜੀਆਂ ਦੇ ਤਾਈਂ ਮੈਂ ਸੁਨੇਹਾ ਲੈ ਕਰਕੇ ਆਇਆ ਹਾਂ ਕਿ ਹੁਣ ਆਪ ਜੀ ਅਕਾਲ ਪੁਰਖ ਪਰਮਾਤਮਾ ਦੇ ਪਾਸ ਜਾਣਾ ਕਰੋ। ਸ੍ਰੀ ਸਚਖੰਡ ਅਖੰਡ ਸਦਾ ਭਵ, ਮੁੰਡਨ ਬਾਸ ਜਹਾਂ ਸੁਖ ਭਾਰਾ। ਜਿੱਥੇ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਕਿ ਸੱਚਖੰਡ, ਜਿਹੜਾ ਸੱਚਾ ਖੰਡ ਹੈ, ਜਿਹੜਾ ਸੱਚਾ ਅਸਥਾਨ ਹੈ, ਅਖੰਡ ਖੰਡਣ ਤੋਂ ਰਹਿਤ ਹੈ ਤੇ ਸਦਾ ਭਵ ਮੁੰਡਨ, ਸੰਸਾਰ ਨੂੰ ਸਵਾਰਨ ਵਾਲਾ ਹੈ। ਇਸ ਤਰ੍ਹਾਂ ਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਬਾਸ ਜਹਾਂ, ਜਿੱਥੇ ਸੱਚਖੰਡ ਦੇ ਵਿੱਚ ਵਾਸਾ ਹੈ, ਉੱਥੇ ਤੁਸੀਂ ਆਪ ਜੀ ਜਾਣਾ ਕਰੋ। ਜੋ ਸੁਨ ਸ੍ਰੀ ਗੁਰੂ ਬੈਨ ਭੰਨੇ, ਸੁਧ ਜਾ ਵਿਦ ਕੀ ਉਰ ਮੈਂ ਵਰਤਾਰਾ। ਇਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਜੀਆਂ ਨੇ ਜਦੋਂ ਬਚਨ ਸੁਣੇ ਹਨ ਤੇ ਬਚਨ ਸੁਣ ਕੇ ਸਤਿਗੁਰੂ ਗਰੀਬ ਨਿਵਾਜ ਕਹਿਣ ਲੱਗੇ
ਸੁਧ ਯਾ ਵਿਦ ਕੀ ਔਰ ਮੈਂ ਵਰਤਾਰਾ। ਸਾਡੇ ਹਿਰਦੇ ਵਿੱਚ ਵੀ ਇਸ ਤਰ੍ਹਾਂ ਦਾ ਵਰਤਾਰਾ ਵਰਤ ਰਿਹਾ ਹੈ। ਸਾਡੇ ਹਿਰਦੇ ਵਿੱਚ ਵੀ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ। ਭੂਮਨ ਭੂਪਤ ਜੋਤ ਸਰੂਪ ਅਨੂਪ ਪੈ ਜਾਏ ਹੋ ਹੀਨ ਅਵਾਰਾ। ਤੇ ਹੁਣ ਅਸੀਂ ਛੇਤੀ ਦੇ ਨਾਲ ਦੇਰੀ ਨੂੰ ਨਾਸ਼ ਕਰਦੇ ਹੋਏ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੋ ਰਾਜਿਆਂ ਦੇ ਰਾਜੇ ਹਨ, ਪਾਤਸ਼ਾਹਾਂ ਦੇ ਪਾਤਸ਼ਾਹ ਹਨ, ਜੋਤ ਸਰੂਪ ਹਨ, ਉਪਮਾ ਤੋਂ ਰਹਿਤ ਹਨ, ਉਹਨਾਂ ਦੇ ਪਾਸ ਜਾਂਦੇ ਹਾਂ। ਜੋ ਕਹੈ ਵੈਨ ਗਏ ਗਤ ਦੈਨ ਗੁਰੂ ਗੁਣ ਐਨ ਜਹਾਂ ਦਰਬਾਰਾ। ਤੇ ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿੱਥੇ ਮੁਕਤੀ ਦੇ ਦਾਤੇ ਅਕਾਲ ਪੁਰਖ ਪਰਮੇਸ਼ਰ ਗੁਣਾਂ ਦੇ ਘਰ ਵਾਹਿਗੁਰੂ ਪਰਮਾਤਮਾ ਦਾ ਵਾਸਾ ਹੈ, ਉੱਥੇ ਪਰਮਾਤਮਾ ਦੇ ਘਰ ਦੇ ਵਿੱਚ ਸੱਚਖੰਡ ਦੇ ਵਿੱਚ ਚਲੇ ਗਏ ਹਨ। ਦਾਸ ਬਾਸ ਲੀਏ ਕਰ ਆਸ ਨਿਰਾਸ ਭਇਆ ਪਛਤਾਸ ਵਿਚਾਰਾ। ਤੇ ਬਾਹਰ ਜਿਹੜਾ ਦਾਸ ਸਤਿਗੁਰੂ ਗਰੀਬ ਨਿਵਾਸ ਜੀਆਂ ਦੇ ਵਸਤਰ ਹੱਥਾਂ ਦੇ ਵਿੱਚ ਲੈ ਕਰਕੇ ਖੜਾ ਸੀ, ਸਤਿਗੁਰੂ ਗਰੀਬ ਨਿਵਾਸ ਜੀਆਂ ਦੀ ਉਡੀਕ ਕਰ ਰਿਹਾ ਸੀ। ਜਦੋਂ ਸਤਿਗੁਰੂ ਜੀ ਵੇਈ ਨਦੀ ਦੇ ਵਿੱਚੋਂ ਇਸ਼ਨਾਨ ਕਰਕੇ ਵਾਪਸ ਨਹੀਂ ਪਰਤੇ ਤੇ ਬੜਾ ਨਿਰਾਸ਼ ਪਿਆ, ਬੜਾ ਹੀ ਉਦਾਸ ਹੋਇਆ ਹੈ, ਹਿਰਦੇ ਵਿੱਚ ਬੜਾ ਪਛਤਾਤਾਪ ਕਰਦਾ ਹੈ, ਪਛਤਾਉਂਦਾ ਹੈ, ਵਿਚਾਰ ਕਰਦਾ ਹੈ। ਕਾਲ ਭਇਓ ਬਹੁ ਬੀਚ ਕੇ ਕਾਲ ਕੇ ਆਨ ਦਿਆਲ ਨਾ ਕੂਲ ਸੰਭਾਰਾ। ਇਸ ਤਰ੍ਹਾਂ ਵਿਚਾਰ ਕਰਦਾ ਹੈ ਕਿ ਬਹੁਤ ਸਮਾਂ ਹੋ ਗਿਆ ਹੈ ਸਤਿਗੁਰੂ ਗਰੀਬ ਨਿਵਾਸ ਜੀਆਂ ਨੂੰ ਇਸ ਨਦੀ ਦੇ ਵਿੱਚ ਗਿਆ ਹੋਇਆ, ਇਸ ਪਾਣੀ ਦੇ ਵਿੱਚ ਗਿਆ ਹੋਇਆ, ਵੜਿਆ ਹੋਇਆ ਬਹੁਤ ਸਮਾਂ ਬਤੀਤ ਹੋ ਗਿਆ ਹੈ, ਪਰ ਸਤਿਗੁਰੂ ਜੀ ਨੇ ਬਾਹਰ ਆ ਕਰਕੇ ਕਿਨਾਰਾ ਨਹੀਂ ਸਾਂਭਿਆ ਹੈ, ਭਾਵ ਕਿ ਨਦੀ ਦੇ ਵਿੱਚ ਬਾਹਰ ਨਹੀਂ ਨਿਕਲੇ ਹਨ। ਹੋ ਬਿਸਮਾਦ ਧਰੈ ਦਰਤ ਪਾਦ ਬਿਨਾ ਅਹਲਾਦ ਗਇਓ ਮਨ ਮਾਰਾ। ਤੇ ਬੜਾ ਹੈਰਾਨ ਹੋ ਕਰਕੇ, ਉਦਾਸ ਹੋ ਕਰਕੇ ਛੇਤੀ ਦੇ ਨਾਲ ਧਰਤੀ ਦੇ ਉੱਪਰ ਚਰਨ ਧਰਦਾ ਹੋਇਆ, ਦੌੜਦਾ ਹੋਇਆ, ਬੜਾ ਹੀ ਛੇਤੀ ਦੇ ਨਾਲ ਆਪਣੇ ਮਨ ਨੂੰ ਮਾਰ ਕਰਕੇ, ਭਾਵ ਕਿ ਮਰੇ ਹੋਏ ਮਨ ਦੇ ਨਾਲ ਛੇਤੀ ਦੇ ਨਾਲ ਨਗਰ ਵੱਲ ਜਾਂਦਾ ਹੈ ਪਟ ਪਾਨ ਹਿਰਦੈ ਉਕਲਾਨ ਸੋ ਦੌਲਤ ਖਾਨ ਕੇ ਭਉਣ ਬਨੇ। ਹੈ ਪਟ ਪਾਨ, ਹੱਥਾਂ ਦੇ ਵਿੱਚ ਉਸੇ ਤਰ੍ਹਾਂ ਬਸਤਰ ਫੜੇ ਹੋਏ ਹਨ, ਹਿਰਦੇ ਵਿੱਚ ਵਿਆਕੁਲਤਾ ਹੈ, ਛੇਤੀ ਦੇ ਨਾਲ ਨਗਰ ਦੇ ਵਿੱਚ ਭੱਜ ਕਰਕੇ ਪਹੁੰਚਿਆ ਹੈ। ਸੁਲਤਾਨਪੁਰ ਸਾਹਿਬ ਨਗਰ ਦੇ ਵਿੱਚ ਛੇਤੀ ਦੇ ਨਾਲ ਜਾ ਕਰਕੇ ਨਵਾਬ ਦੌਲਤ ਖਾਂ ਦੇ ਪਾਸ ਪਹੁੰਚਦਾ ਹੈ। ਨੀਰ ਬਹੀਨ ਪਠੀਨ ਅਧੀਨ ਤਯੋ ਚੀਨ ਸਵੈ ਨਰ ਬੂਝ ਕੀਓ। ਨੀਰ ਵਿਹੀਨ ਪਠੀਨ ਅਧੀਨ, ਜਿਵੇਂ ਕੋਈ ਮੱਛੀ ਹੁੰਦੀ ਹੈ ਪਾਣੀ ਤੋਂ ਬਿਨਾਂ ਬੜੀ ਤੜਫਦੀ ਹੈ, ਬੜੀ ਵਿਆਕੁਲ ਹੁੰਦੀ ਹੈ, ਉਸ ਤਰ੍ਹਾਂ ਉਸ ਨੂੰ ਵਿਆਕੁਲ ਦੇਖ ਕਰਕੇ ਜਿਹੜੇ ਰਸਤੇ ਦੇ ਵਿੱਚ ਮਨੁੱਖ ਮਿਲਦੇ ਹਨ ਪੁੱਛਦੇ ਹਨ ਕਿ ਕੀ ਹੋਇਆ ਹੈ, ਕਿਉਂ ਇਤਨਾ ਹੈਰਾਨ ਹੈ, ਕਿਉਂ ਇਤਨਾ ਉਦਾਸ ਹੈ, ਇਤਨਾ ਘਬਰਾਇਆ ਹੋਇਆ ਕਿਉਂ ਹੈ। ਪੂਰਬ ਸੂਰਤ ਦੌਰਤ ਬੌਰਤ ਕਾਹੂ ਕੋ ਉਤਰ ਕੋ ਨਾ ਦਇਓ। ਤੇ ਬੜਾ ਝੂਰਦਾ ਹੈ, ਝੱਲਾ ਹੋਇਆ, ਛੇਤੀ ਦੇ ਨਾਲ ਭੱਜਦਾ ਹੋਇਆ ਨਵਾਬ ਦੌਲਤ ਖਾਨ ਦੇ ਘਰ ਵੱਲ ਨੂੰ ਜਾ ਰਿਹਾ ਹੈ, ਕਿਸੇ ਨੂੰ ਕਿਸੇ ਪ੍ਰਕਾਰ ਦਾ, ਕਿਸੇ ਦੀ ਗੱਲ ਦਾ ਉੱਤਰ ਨਹੀਂ ਦਿੰਦਾ ਹੈ। ਭੂਮ ਸਭਾ ਮਹਿ ਜਾਏ ਕਹਿਓ ਵੀਰਵਾਰ ਵਿਖੈ ਵਹਿ ਉਪਰਿਓ। ਤੇ ਜਾ ਕਰਕੇ ਨਵਾਬ ਦੌਲਤ ਖਾਨ ਦੀ ਸਭਾ ਦੇ ਵਿੱਚ ਇਸ ਤਰ੍ਹਾਂ ਕਹਿਣ ਲੱਗਿਆ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਾਣੀ ਦੇ ਵਿੱਚ ਵੜੇ ਤੇ ਦੁਬਾਰਾ ਬਾਹਰ ਨਹੀਂ ਨਿਕਲੇ ਹਨ। ਹੋ ਬਹੁ ਬਾਰ ਹੀ ਬਾਰ ਨਿਹਾਰ ਲੱਗੀ ਨਹਿ ਬਾਰ ਜੋ ਦੌਰ ਪਇਓ। ਮੈਂ ਬੜੀ ਵਾਰ ਪਾਣੀ ਦੇ ਵਿੱਚ ਵੇਖਿਆ, ਪਾਣੀ ਵੱਲ ਵੇਖਿਆ, ਫਿਰ ਜਦੋਂ ਬਾਹਰ ਨਹੀਂ ਨਿਕਲੇ ਤੇ ਫਿਰ ਛੇਤੀ ਦੇ ਨਾਲ ਦੇਰੀ ਤੋਂ ਬਿਨਾਂ ਭੱਜ ਕਰਕੇ ਆਪ ਜੀਆਂ ਦੇ ਪਾਸ ਇੱਥੇ ਆਇਆ ਹਾਂ। ਸੋ ਸੁਣ ਕੈ ਮਨ ਮੈਂ ਗੁਣ ਤਾ ਛਿਨ ਜੀਨ ਕੇ ਕਾਨ ਬਵਾਏ ਲਇਓ। ਤੇ ਇਸ ਤਰ੍ਹਾਂ ਜਦੋਂ ਨਵਾਬ ਦੌਲਤ ਖਾਨ ਨੇ ਸੁਣਿਆ ਤੇ ਬੜੀ ਛੇਤੀ ਦੇ ਨਾਲ ਇਸ ਤਰ੍ਹਾਂ ਸੁਣ ਕਰਕੇ ਆਪਣੀ ਘੋੜੀ ਦੇ ਉੱਪਰ ਕਾਠੀ ਪਵਾਈ ਹੈ। ਕੇਵਟ ਕੋ ਬਲਵਾਏ ਤਵਾਏ ਕੇ ਆਏ ਵੇ ਤਟ ਥਾੜ ਪਇਓ। ਛੇਤੀ ਦੇ ਨਾਲ ਸੇਵਕਾਂ ਨੂੰ ਭੇਜ ਕਰਕੇ, ਨੌਕਰਾਂ ਨੂੰ ਭੇਜ ਕਰਕੇ ਮਲਾਹ ਨੂੰ ਬੁਲਾਇਆ ਹੈ। ਮਲਾਹ ਨੂੰ ਬੁਲਾ ਕਰਕੇ ਛੇਤੀ ਦੇ ਨਾਲ ਵੇਈ ਨਦੀ ਦੇ ਕੰਢੇ ਤੇ ਸਾਰੇ ਪਹੁੰਚੇ ਹਨ। ਰੋਰ ਪਰਾਪਰ ਦੌਰ ਚਲੇ ਨਰ ਹੋਰ ਉਠਿਓ ਔਰ ਠੋਰ ਛਇਓ। ਰੋਰ ਪਰਾਪੁਰ, ਸਾਰੇ ਨਗਰ ਦੇ ਵਿੱਚ ਰੌਲਾ ਪੈ ਗਿਆ ਹੈ। ਦੌਰ ਪਰੇ ਨਰ ਜਿਹੜੇ ਮਨੁੱਖ ਹਨ ਭੱਜ ਭੱਜ ਕਰਕੇ ਵੇਈ ਨਦੀ ਦੇ ਪਾਸ ਆਉਂਦੇ ਨੇ। ਸਾਰਿਆਂ ਦੇ ਮਨ ਦੇ ਵਿੱਚ ਹੌਰ ਉਠਿਓ ਔਰ ਠੌਰ ਛਇਓ,
ਦਿਲ ਦੀ ਥਾਂ ਤੇ ਸਾਰਿਆਂ ਦੇ ਮਨ ਦੇ ਵਿੱਚ ਹੌਰ ਜਿਹੜੇ ਹਨ, ਹੌਲ ਛਾ ਗਏ ਹਨ। ਬਾਤ ਜਰਾਮ ਸੁਨੀ ਜਬ ਕਾਨ, ਫਨੀ ਮਨਹੀਨ ਜਯੋ ਮੀਨ ਅਨੀਰਾ। ਤੇ ਜਦੋਂ ਭਾਈਆ ਜੈ ਰਾਮ ਨੇ ਆਪਣੇ ਹਿਰਦੇ ਕੰਨਾਂ ਦੇ ਵਿੱਚ ਇਹ ਗੱਲ ਸੁਣੀ ਹੈ, ਆਪਣੇ ਕੰਨਾਂ ਦੇ ਵਿੱਚ ਇਹ ਗੱਲ ਸੁਣ ਕਰਕੇ ਜਿਵੇਂ ਫਨੀ ਮਨਹੀਨ, ਜਿਵੇਂ ਮਣੀ ਤੋਂ ਬਿਨਾ ਸੱਪ ਹੁੰਦਾ ਹੈ, ਜਿਵੇਂ ਮੱਛੀ ਤੋਂ ਬਿਨਾ ਪਾਣੀ, ਮੱਛੀ ਤੋਂ ਬਿਨਾ ਪਾਣੀ ਤੋਂ ਬਿਨਾ ਮੱਛੀ ਹੁੰਦੀ ਹੈ, ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ, ਧੀਰਜ ਤੋਂ ਰਹਿਤ ਹੁੰਦੀ ਹੈ, ਇਸ ਤਰ੍ਹਾਂ ਛੇਤੀ ਦੇ ਨਾਲ ਵਿਆਕੁਲ ਹੋਇਆ, ਛੇਤੀ ਦੇ ਨਾਲ ਧੀਰਜ ਤੋਂ ਰਹਿਤ ਹੋ ਕਰਕੇ ਧਾਇ ਧਰੈ ਧਰਨੀ ਪਦ ਤੂਰਨ, ਧੀਰ ਹਰੇ ਔਰ ਧਾਰ ਅਧੀਰਾ। ਛੇਤੀ ਦੇ ਨਾਲ ਧਰਤੀ ਦੇ ਉੱਪਰ ਚਰਨ ਧਰ ਕੇ ਭੱਜਦਾ ਹੋਇਆ, ਪੀਰ ਧੀਰ ਹਰੀ, ਧੀਰਜਤਾ ਹਰ ਕਰਕੇ, ਭਾਵ ਦੂਰ ਕਰਕੇ, ਅਧੀਰਜ ਹੋ ਕਰਕੇ, ਔਰ ਧਾਰ ਅਧੀਰਾ, ਹਿਰਦੇ ਵਿੱਚ ਅਧੀਰਜਤਾ ਨੂੰ ਧਾਰਨ ਕਰਕੇ। ਪੀਰ ਅਪਾਰ ਨਾ ਪਾਵਹਿ ਪਾਰ, ਬਿਖੈ ਨਹਿ ਰੂਪ ਸਾਤ ਸਰੀਰਾ। ਤੇ ਹਿਰਦੇ ਵਿੱਚ ਇਤਨੀ ਪੀੜਾ ਹੈ ਕਿ ਅਪਾਰ, ਵਿਖੈ ਨਹਿ ਰੂਪ, ਸਤਿਗੁਰੂ ਜੀ ਦਾ ਰੂਪ ਦਿਸਦਾ ਨਹੀਂ ਹੈ, ਸ਼ਾਂਤੀ ਨਹੀਂ ਆਉਂਦੀ ਹੈ, ਬੜਾ ਹੀ ਅਧੀਰਜ ਹੈ, ਧੀਰਜਤਾ ਦੇ ਰਹਿਤ ਹੋ ਰਿਹਾ ਹੈ, ਧੀਰਜਤਾ ਤੋਂ ਰਹਿਤ ਹੋ ਰਿਹਾ ਹੈ, ਬੜੀ ਪੀੜਾ ਦੇ ਸਹਿਤ ਹੋ ਰਿਹਾ ਹੈ, ਜਿਸ ਦਾ ਕੋਈ ਅੰਤ ਨਹੀਂ ਹੈ। ਆਏ ਵੈਈ ਤਟ ਹੇਰਤ ਵਾਰਕ, ਖੋਜਤ ਹੈ ਨਾ ਲਹਿ ਸੁਖ ਹੀਰਾ। ਤੇ ਛੇਤੀ ਦੇ ਨਾਲ ਭਾਈਆ ਜੈ ਰਾਮ ਜੀ ਵੀ ਵੇਈ ਨਦੀ ਦੇ ਕੰਢੇ ਤੇ ਪਹੁੰਚੇ ਹਨ, ਪਾਣੀ ਦੇ ਵੱਲ ਦੇਖਦੇ ਨੇ, ਆਸੇ ਪਾਸੇ ਦੇਖਦੇ ਹਨ, ਇੱਧਰ ਉੱਧਰ ਸਾਰੇ ਪਾਸੇ ਲੱਭਦੇ ਹਨ, ਪਰ ਕਿਤੇ ਵੀ ਸੁੱਖਾਂ ਦੇ ਹੀਰੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਸੇ ਨੂੰ ਮਿਲਦੇ ਨਹੀਂ ਹਨ। ਜਾ ਵਿਦ ਖੋਜਤ ਵਾਰ ਤੇ ਪਾਰ ਤੇ, ਹਾਰ ਭਰੇ ਨਹਿ ਬਾਰ ਤੇ ਪਾਇਓ। ਇਸ ਤਰ੍ਹਾਂ ਪਾਣੀ ਦੇ ਵਿੱਚੋਂ ਕਿਨਾਰਿਆਂ ਦੇ ਉੱਪਰੋਂ ਸਤਿਗੁਰੂ ਗਰੀਬ ਨਵਾਜ਼ ਜੀਆਂ ਨੂੰ ਲੱਭਦਿਆਂ ਹੋਇਆ ਸਾਰੇ ਥੱਕ ਗਏ ਹਨ, ਪਰੰਤੂ ਕਿਸੇ ਨੂੰ ਵੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੋਈ ਅਤਾ ਪਤਾ ਨਹੀਂ ਮਿਲਿਆ ਹੈ। ਗੁਮ ਭਇਓ ਧਰਨੀ ਕੇ ਤਸਿਓ, ਦੁਰ ਕੈਸੇ ਗਇਓ ਨਹਿ ਨੈਣ ਖਲਾਇਓ। ਤੇ ਸਾਰੇ ਇਸ ਤਰ੍ਹਾਂ ਵਿਚਾਰ ਕਰਦੇ ਨੇ, ਸੋਚਦੇ ਹਨ ਕਿ ਸਤਿਗੁਰੂ ਗਰੀਬ ਨਵਾਜ਼ ਕਿੱਧਰ ਗੁੰਮ ਹੋ ਗਏ ਨੇ, ਧਰਤੀ ਦੇ ਵਿੱਚ ਚਲੇ ਗਏ ਜਾਂ ਪਤਾਲ ਦੇ ਵਿੱਚ ਧਸ ਗਏ ਹਨ। ਦੁਰ ਕੈਸੇ ਗਇਓ, ਕਿਸ ਤਰ੍ਹਾਂ ਛਿਪ ਗਏ, ਕਿੱਥੇ ਗਏ ਹਨ। ਨਹਿ ਨੈਣ ਲਖਾਇਓ, ਨੈਣਾ ਦੇ ਨਾਲ, ਨੇਤਰਾਂ ਦੇ ਨਾਲ ਦਿਖੀਂਦੇ ਨਹੀਂ ਹਨ। ਸ੍ਰੀ ਗੁਰ ਕੀਰਤ ਸਾਗਰ ਸੇ, ਮਤ ਮਾਨਵ ਕੇ ਤੜਪ ਅਵਲਾਇਓ। ਸਤਿਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਜਿਹੜੀ ਵਡਿਆਈ ਹੈ, ਸਾਗਰ ਸੀ, ਸਮੁੰਦਰ ਵਰਗੀ, ਸਮੁੰਦਰ ਵਰਗੀ ਬੜੀ ਅਪਾਰ ਹੈ, ਬੜੀ ਵੱਡੀ ਹੈ। ਤੇ ਜਿਹੜੀ ਇੱਕ ਮਨੁੱਖ ਦੀ ਮੱਤ ਹੈ, ਮਨੁੱਖਾਂ ਦੀ ਮੱਤ ਕਿਵੇਂ ਹੈ, ਮਾਨਵ ਕੀ ਮੱਤ ਮਾਨਵ ਕੀ ਤਟ ਪੈ ਅਬਲਾਇਓ, ਜਿਵੇਂ ਕੰਢੇ ਤੇ ਇਸਤਰੀ ਖੜੀ ਹੋਵੇ ਉਸ ਦੇ ਵਾਂਗ ਹੈ, ਵਿਆਕੁਲ ਹੈ। ਕੀਓ ਤਹ ਬਾਥਾਹ ਲਖੈ ਬਿਨ ਥਾਹੇ, ਖਰੇ ਸੁਖ ਚਾਹੇ ਕੋ ਵਿਦ ਆਇਓ। ਤੇ ਜਿਹੜੀ ਬੁੱਧੀ ਰੂਪੀ ਇਸਤਰੀ ਹੈ ਉੱਥੇ ਖੜੀ ਹੈ, ਉਸ ਨੂੰ ਥਾਂ ਨਹੀਂ ਲੱਭਦਾ ਹੈ, ਉਹ ਥਾਂ ਨਹੀਂ ਲੱਭ ਸਕਦੀ ਹੈ, ਇਸ ਕਰਕੇ ਸੁਖ ਚ ਰਹੀ ਹੈ, ਬੜੀ ਵਿਆਕੁਲ ਹੋ ਰਹੀ ਹੈ, ਉਸ ਨੂੰ ਕਿਸੇ ਪ੍ਰਕਾਰ ਕੋਈ ਵਿਦ ਔੜਦੀ ਨਹੀਂ, ਕੋਈ ਸੁਝਦਾ ਨਹੀਂ ਹੈ। ਸਰਤਾ ਸਭ ਖੋਜ ਫਿਰੇ ਤਹ ਰੋਜ, ਨਾ ਜਾਣਤ ਕੋ ਜੋ ਕਹਾਂ ਗਤ ਕੀਨੇ। ਉਸ ਨਦੀ ਨੂੰ ਸਭ ਖੋਜ ਫਿਰੇ, ਸਾਰੇ ਲੱਭਦੇ ਫਿਰਦੇ ਹਨ, ਤੇ ਰੋਜ਼ ਉਸ ਦਿਨ ਸਾਰੇ ਉਸ ਨਦੀ ਨੂੰ ਲੱਭਦੇ ਰਹੇ ਨੇ, ਕਿਸੇ ਨੂੰ ਸਤਿਗੁਰੂ ਗਰੀਬ ਨਵਾਜ਼ ਜੀਆਂ ਦਾ ਪਤਾ ਨਹੀਂ ਮਿਲਿਆ। ਨਾ ਜਾਣਤ ਕੋਜ ਕਹਾਂ ਗਤ ਕੀਨੇ, ਕਿੱਥੇ ਸਤਿਗੁਰੂ ਗਰੀਬ ਨਵਾਜ਼ ਗਏ ਹਨ, ਕਿਸੇ ਨੂੰ ਕੁਝ ਪਤਾ ਨਹੀਂ, ਕੋਈ ਜਾਣਦਾ ਨਹੀਂ ਹੈ। ਬਿਸਮਾਦ ਹਿਰਦੈ ਪਛਤਾਏ ਭਏ, ਪਨ ਆਦ ਕੇ ਦਾਸ ਕੋ ਬਾਤ ਬੁਝੀਨੇ। ਤੇ ਫਿਰ ਹਿਰਦੇ ਵਿੱਚ ਸਾਰੇ ਬੜੇ ਉਦਾਸ ਹੋ ਰਹੇ ਨੇ, ਇਸ ਵਾਰਤਾ ਨੂੰ ਦੇਖ ਕਰਕੇ ਸਾਰਿਆਂ ਦੇ ਹਿਰਦੇ ਮੁਰਝਾ ਗਏ ਹਨ, ਬੜੇ ਉਦਾਸ ਹੋ ਰਹੇ ਹਨ। ਤੇ ਫਿਰ ਹੌਸਲਾ ਕਰਕੇ ਜਿਹੜਾ ਸੇਵਕ ਸਤਿਗੁਰੂ ਜੀ ਦੇ ਇਸ਼ਨਾਨ ਵੇਲੇ ਨਾਲ ਆਇਆ ਸੀ, ਉਸ ਸੇਵਕ ਨੂੰ ਪਹਿਲਾਂ ਦੀ ਗੱਲ ਪੁੱਛੀ ਹੈ ਕਿ ਇੱਥੇ ਕਿਵੇਂ ਕੀ ਹੋਇਆ ਸੀ। ਮਮ ਆਗਰ ਨੈਣਨ ਨਾਨ ਵਰੇ, ਨਿਕਸੈ ਨਾ ਤਟੰ ਤੁਡਬੇ ਇਕਲੀਨੇ। ਉਸ ਸੇਵਕ ਨੇ ਦੱਸਿਆ, ਉਹ ਸੇਵਕ ਫਿਰ ਕਹਿਣ ਲੱਗਿਆ ਕਿ ਮੇਰੇ ਨੇਤਰਾਂ ਦੇ ਸਾਹਮਣੇ ਹੀ ਇਸ਼ਨਾਨ ਕਰਨ ਵਾਸਤੇ ਵੇਈ ਨਦੀ ਦੇ ਵਿੱਚ ਵੜੇ ਹਨ। ਤੇ ਫਿਰ ਉਹਨਾਂ ਨੇ ਇੱਕ ਟੁਬਕੀ ਲਈ ਹੈ, ਇੱਕ ਟੁਬਕੀ ਲੈਣ ਤੋਂ ਬਾਅਦ ਇਸ ਨਦੀ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਹਨ। ਬਹੁ ਬਾਰ ਨਿਹਾਰ ਕੈ ਬਾਰ ਤਵੈ, ਬਿਨ ਬਾਰ ਨਿਭਾਵ ਕੋ ਮੈਂ ਸੁਧ ਦੀਨੇ। ਤੇ ਫਿਰ ਇਸ ਤਰ੍ਹਾਂ ਬੜੀ ਵਾਰ ਪਾਣੀ ਵੱਲ ਦੇਖ ਕਰਕੇ, ਪਾਣੀ ਨੂੰ ਦੇਖ ਕਰਕੇ
ਜਦੋਂ ਮੈਨੂੰ ਕੁਝ ਨਹੀਂ ਮਿਲਿਆ ਤੇ ਫਿਰ ਮੈਂ ਜਾ ਕਰਕੇ ਛੇਤੀ ਦੇ ਨਾਲ ਨਵਾਬ ਦੌਲਤ ਖਾਨ ਨੂੰ ਖਬਰ ਦਿੱਤੀ ਹੈ। ਔਰ ਪੂਰਬ ਸੂਰਤ ਦੌਲਤ ਖਾਂ ਸਹਿ ਸੋ ਕਹਵੈ ਲੋਕਨ ਕੋ ਬਚ ਪ੍ਰਾਨੀ। ਤੇ ਆਪਣੇ ਨਵਾਬ ਦੌਲਤ ਖਾਂ ਹਿਰਦੇ ਵਿੱਚ ਬੜਾ ਝੂਰਦਾ ਹੈ ਤੇ ਬੜਾ ਉਦਾਸ ਹੁੰਦਾ ਹੈ ਤੇ ਲੋਕਾਂ ਦੇ ਤਾਈਂ ਇਸ ਤਰ੍ਹਾਂ ਦੇ ਬਚਨ ਕਹਿੰਦਾ ਹੈ। ਬਹੁ ਨਕ ਵਿਵੇਕੇ ਅਨੇਕ ਗੁਣਾ ਨਰ ਔਗਣ ਏਕ ਬਿਲੋਕਨ ਨਾਹੀ। ਆਪਣੇ ਮੋਦੀ ਦੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਕਿਰਤ ਕਰਦਾ, ਵਡਿਆਈ ਕਰਦਾ ਹੈ, ਵਡਿਆਈ ਕਰਦਾ, ਉਚਾਰਨ ਕਰਦਾ ਹੈ ਲੋਕਾਂ ਦੇ ਤਾਈਂ ਸ਼ੋਕ ਦੇ ਸਹਿਤ ਇਹ ਬਚਨ ਕਹਿੰਦਾ ਹੈ। ਬਹੁ ਨੇਕ ਵਿਵੇਕੀ ਅਨੇਕ, ਕਿ ਬੜਾ ਹੀ ਨੇਕ ਪੁਰਸ਼ ਸੀ, ਬੜਾ ਵਿਵੇਕੀ ਗਿਆਨਵਾਨ ਸੀ, ਅਨੇਕ ਗੁਣਾ ਦਾ ਘਰ ਸੀ। ਔਗਣ ਏਕ ਬਿਲੋਕਨ ਨਾਹੀ, ਇੱਕ ਵੀ ਔਗਣ ਉਹਦੇ ਵਿੱਚ ਵੇਖਣ ਵਾਸਤੇ ਨਹੀਂ ਸੀ। ਤਨ ਸੁੰਦਰ ਕੋਮਲਤਾ ਜਨ ਮੰਦਰ ਸਦਲ ਸੇ ਸਿਵਤੇ ਜਸ ਆਹੀ। ਤੇ ਉਹਨਾਂ ਦਾ ਜਿਹੜਾ ਸਰੀਰ ਹੈ ਬੜਾ ਹੀ ਕੋਮਲ ਸੀ, ਸੁੰਦਰਤਾ ਦੇ ਸਹਿਤ ਸੀ, ਜਿਵੇਂ ਚੰਦਨ ਦੇ ਨਾਲ ਉਹਨਾਂ ਦੇ ਸਰੀਰ ਦੇ ਉੱਪਰ ਛਿੜਕਾਅ ਕੀਤਾ ਹੋਵੇ, ਬੜੀ ਸ਼ੋਭਾ ਪਾਉਂਦਾ ਸੀ। ਮਹਿ ਹਾਥ ਲੱਗੈ ਮੁਝ ਜਾਸਮ ਮੋਦੀ ਕੋ ਕਾਰ ਭਲੇ ਵਿਦ ਕੀਨ ਨਿਵਾਹੀ। ਤੇ ਨਵਾਬ ਦੌਲਤ ਖਾਂ ਕਹਿਣ ਲੱਗਾ ਕਿ ਇਹਦੇ ਵਰਗਾ, ਇਹਨਾਂ ਦੇ ਵਰਗਾ ਮੋਦੀ ਮੈਨੂੰ ਮੇਰੇ ਦੁਆਰਾ ਕੋਈ ਮਿਲੇਗਾ ਨਹੀਂ, ਮੇਰੇ ਹੱਥ ਨਹੀਂ ਲੱਗੇਗਾ। ਇਹਨਾਂ ਨੇ ਮੋਦੀ ਦੀ ਕਾਰ ਬੜੇ ਭਲੇ ਤਰੀਕੇ ਦੇ ਨਾਲ ਚਲਾਉਣਾ ਕੀਤੀ, ਮੈਨੂੰ ਬੜਾ ਨਫਾ ਕਮਾ ਕਰਕੇ ਦਿੱਤਾ ਹੈ। ਦੁਖ ਧਾਰਨ ਮੈਂ ਅਤ ਆਰਤ ਚਿਤ ਜੈ ਰਾਮ ਨਮੋ ਬਿਤ ਸੋ ਮਗਵਾਏ। ਤੇ ਇਸ ਤਰ੍ਹਾਂ ਕਹਿਣ ਲੱਗਾ ਕਿ ਮੈਂ ਬੜਾ ਹਿਰਦੇ ਵਿੱਚ ਦੁਖੀ ਹੋ ਰਿਹਾ ਹਾਂ। ਦੁਖ ਧਾਰਨ ਮੈਂ ਅਤ ਆਰਤ ਚਿਤ ਜੈ ਰਾਮ ਮਨੋ ਬਿਤ ਮੂਸ ਗਵਾਏ। ਇਸੇ ਤਰ੍ਹਾਂ ਭਾਈਆ ਜੈ ਰਾਮ ਦੀ ਹਾਲਤ ਹੈ। ਭਾਈਆ ਜੈ ਰਾਮ ਦੇ ਹਿਰਦੇ ਵਿੱਚ ਬੜੇ ਵਿਆਕੁਲ ਹੋ ਰਹੇ ਹਨ, ਦੁਖੀ ਹੋ ਰਹੇ ਹਨ, ਜਿਵੇਂ ਕਿਸੇ ਸੂਮ ਨੇ, ਕਿਸੇ ਕੰਜੂਸ ਨੇ ਧਨ ਗਵਾ ਲਿਆ ਹੋਵੇ ਤੇ ਧਨ ਗਵਾ ਕਰਕੇ ਰੋਂਦਾ ਹੈ, ਵਿਰਲਾਪ ਕਰਦਾ ਹੈ, ਵਿਆਕੁਲ ਹੋ ਜਾਂਦਾ ਹੈ। ਉਸੇ ਪ੍ਰਕਾਰ ਭਾਈਆ ਜੈ ਰਾਮ ਜੀ ਦੀ ਹਾਲਤ ਹੋ ਰਹੀ ਹੈ। ਤਰ ਮੂਰਤ ਜਯੋ ਕਰਨਾ ਰਸ ਚੂਰਤ ਅੰਬਕ ਕੰਬਜ ਮੈਂ ਅੰਬ ਛਾਏ। ਭਾਈਆ ਜੈ ਰਾਮ ਜੀ ਦੇ ਨੇਤਰਾਂ ਦੇ ਵਿੱਚ ਜਲ ਛਾ ਚੁੱਕਿਆ ਹੈ ਤੇ ਹਿਰਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਤਾਈ ਬੜਾ ਝੂਰਦੇ ਹਨ। ਕਨ ਸ਼ੇਸ਼ ਕਹੇ ਜਗਦੀਸ਼ਰ ਕਹਾ ਵਿਦ ਮੋਹਿ ਦੇਸਤ ਹੋਏ ਉਪਾਏ। ਤੇ ਸਿਰ ਫੇਰ ਕਰਕੇ ਕਹਿਣ ਲੱਗੇ, ਹੈ ਜਗਦੀਸ਼ਰ ਪਰਮੇਸ਼ਰ ਅਕਾਲ ਪੁਰਖ, ਕੀ ਹੋਇਆ, ਕਿਸ ਤਰ੍ਹਾਂ ਹੋਇਆ, ਕੀ ਵਰਤਾਰਾ ਵਰਤਿਆ ਹੈ। ਮੋਹੇ ਨਾ ਦੀਸਤ ਕੋਈ ਉਪਾਏ, ਮੈਨੂੰ ਕੋਈ ਉਪਾਅ ਨਹੀਂ ਦਿਸਦਾ, ਕੋਈ ਰਸਤਾ ਨਹੀਂ ਸੁਝਦਾ ਹੈ। ਜਲ ਏਖਦ ਜੈਸਰ ਬਾਸਰ ਮਾਹੇ ਵਿਸਾਰਨ ਕੇ ਬਿਤ ਜਯੋ ਦੁਖ ਪਾਏ। ਜਿਵੇਂ ਜੇਠ ਦੇ ਮਹੀਨੇ ਦੇ ਵਿੱਚ ਤਲਾਬਾਂ ਦੇ ਵਿੱਚ ਥੋੜਾ ਪਾਣੀ ਹੁੰਦਾ ਹੈ ਤੇ ਥੋੜੇ ਪਾਣੀ ਦੇ ਵਿੱਚ ਜਿਵੇਂ ਮੱਛੀ ਦੀ ਹਾਲਤ ਹੁੰਦੀ ਹੈ, ਉਸ ਤਰ੍ਹਾਂ ਦੀ ਹਾਲਤ ਭਾਈਆ ਜੈ ਰਾਮ ਜੀ ਦੀ ਹੈ। ਇਹਨਾਂ ਦੇ ਵਾਂਗ ਭਾਈਆ ਜੈ ਰਾਮ ਜੀ ਇਸ ਮੱਛੀ ਦੇ ਵਾਂਗ ਦੁੱਖਾਂ ਨੂੰ ਪਾਉਂਦੇ ਹਨ, ਝੂਰਦੇ ਹਨ, ਬੜੇ ਤੜਫਦੇ ਵਿਆਕੁਲ ਹੋ ਰਹੇ ਹਨ। ਕੋਕਨ ਕੋਕ ਕਿਲਾਲਜ ਪੁੰਜ ਦਿਵਾਕਰ ਕੇ ਬਿਨ ਜਯੋ ਅਕੁਲਾਏ। ਜਿਵੇਂ ਹੁਣ ਅੱਗੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਦਾਹਰਣ ਦਿੰਦੇ ਹਨ ਕਿ ਜਿਵੇਂ ਦਿਵਾਕਰ ਸੂਰਜ ਤੋਂ ਬਿਨਾ ਜਿਹੜੇ ਪੁੰਜ ਕਮਲ ਹਨ, ਕਮਲਾਂ ਜਿਹੜੇ ਸਾਰੇ ਕਮਲ ਹਨ, ਹੋਰ ਜਿਹੜੇ ਕੋਕਨ ਚਕੋਰ ਆਦਿਕ ਹਨ, ਇਹ ਸਾਰੇ ਹੀ ਮੁਰਝਾ ਜਾਂਦੇ ਹਨ, ਇਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ ਹੈ। ਕਾਨਨ ਕੈਰਬ ਕੋਕ ਕਤੰਬ ਕਲਾ ਨਿਧਹੀਨ ਕਹਾ ਬਹਿਸਾਏ। ਤੇ ਇਸੇ ਪ੍ਰਕਾਰ ਕਾਨਨ ਜਿੰਨੇ ਵੀ ਬਨ ਹਨ, ਹੋਰ ਜਿਹੜੇ ਕਵੀ ਹਨ, ਹੋਰ ਚਕੋਰ ਹਨ, ਇਹ ਸਾਰੇ ਹੀ ਚੰਦਰਮਾ ਤੋਂ ਬਿਨਾਂ ਜਿਵੇਂ ਮੁਰਝਾ ਜਾਂਦੇ ਹਨ, ਵਿਆਕੁਲ ਹੋ ਜਾਂਦੇ ਹਨ। ਜਿਵੇਂ ਚਕਵੀ ਤੇ ਚਕਵਾ ਵਿਛੜ ਜਾਂਦੇ ਹਨ ਤੇ ਉਹਨਾਂ ਨੂੰ ਚੈਨ ਨਹੀਂ ਆਉਂਦਾ, ਤੜਫਦੇ ਰਹਿੰਦੇ ਹਨ, ਉਸੇ ਤਰ੍ਹਾਂ ਹੀ ਤੋਕਕ ਕੇਕ ਜੇ ਭੇਕ ਅਨੇਕ ਬਲਾਹ ਕੇ ਬਿਨ ਨਾ ਹਰਖਾਏ। ਜਿਵੇਂ ਤੌਕਕ ਕੇਕ ਜੇ ਭੇਕ ਅਨੇਕ, ਅੱਗੇ ਉਦਾਹਰਣ ਦਿੰਦੇ ਹਨ ਜਿਵੇਂ ਪਪੀਹਾ ਹੁੰਦਾ ਹੈ, ਪਪੀਹਾ ਤੇ ਮੋਰ ਤੇ ਡੱਡੂ ਆਦਿਕ ਜਿਹੜੇ ਬਰਸਾਤ ਨੂੰ ਪਸੰਦ ਕਰਨ ਵਾਲੇ ਹਨ, ਜਿਹੜੇ ਬੱਦਲਾਂ ਨੂੰ ਪਸੰਦ ਕਰਨ ਵਾਲੇ ਹਨ, ਬੱਦਲਾਂ ਤੋਂ ਬਿਨਾਂ ਇਹ ਪ੍ਰਸੰਨ ਨਹੀਂ ਹੋ ਸਕਦੇ। ਜਿੰਨਾ ਚਿਰ ਬੱਦਲ ਨਹੀਂ ਆਉਂਦੇ, ਬਰਸਾਤ ਨਹੀਂ ਹੁੰਦੀ, ਇਹ ਪ੍ਰਸੰਨ ਨਹੀਂ ਹੁੰਦੇ ਹਨ। ਉਸੇ ਤਰ੍ਹਾਂ ਹੀ ਭਾਈਆ ਜੈ ਰਾਮ ਜੀ ਦੀ ਹਾਲਤ ਹੋ ਰਹੀ, ਜਿਵੇਂ ਇਹ ਜੀਵ ਜੰਤੂ ਵਿਆਕੁਲ ਹੁੰਦੇ ਹਨ,
ਉਵੇਂ ਹੀ ਭਾਈਆ ਜੈ ਰਾਮ ਜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਖਬਰ ਸੁਣ ਕਰਕੇ ਵਿਆਕੁਲ ਹੋ ਰਹੇ ਹਨ। ਸ੍ਰੀ ਗੁਰ ਕੀ ਗਤ ਐਸ ਬਲੋਕ ਕੈ ਹੋਤ ਜੇ ਪ੍ਰੀਤਮ ਤਯੋ ਦੁਖ ਤੇ ਪਾਏ। ਸ੍ਰੀ ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੀ ਇਸ ਤਰ੍ਹਾਂ ਦੀ ਗਤ ਨੂੰ ਦੇਖ ਕਰਕੇ, ਇਸ ਤਰ੍ਹਾਂ ਦੀ ਖਬਰ ਨੂੰ ਸੁਣ ਕਰਕੇ, ਹਾਲਤ ਨੂੰ ਦੇਖ ਕਰਕੇ ਜਿੰਨੇ ਵੀ ਪ੍ਰੀਤਮ ਪ੍ਰੇਮੀ ਹਨ, ਪ੍ਰੇਮ ਕਰਨ ਵਾਲੇ ਹਨ, ਉਹ ਸਾਰੇ ਹੀ ਦੁੱਖਾਂ ਦੇ ਸਹਿਤ ਹੋ ਰਹੇ ਹਨ। ਨਾਨਕੇ ਏਕ ਰਹੀ ਔਰ ਮੈਂ ਥਿਰ ਔਰਨ ਕੇ ਸਰਨਾ ਪਰਮਾਏ। ਕੇਵਲ ਇੱਕ ਬੇਬੇ ਨਾਨਕੀ ਜੀ ਉੱਤੇ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦਾ ਹਿਰਦਾ ਸਥਿਰ ਹੈ, ਜਿਹੜੇ ਟਿਕੇ ਹੋਏ ਹਨ, ਜਿਹੜੇ ਹੋਰਾਂ ਦੇ ਸਮਾਨ ਡੋਲੇ ਨਹੀਂ ਹਨ, ਜਿਹੜੇ ਹੋਰਾਂ ਦੇ ਸਮਾਨ ਭਰਮੇ ਨਹੀਂ ਹਨ, ਜਿਨ੍ਹਾਂ ਨੂੰ ਸਤਿਗੁਰੂ ਗਰੀਬ ਨਿਵਾਜ ਜੀਆਂ ਦੇ ਉੱਪਰ ਦ੍ਰਿੜ ਭਰੋਸਾ ਹੈ, ਵਿਸ਼ਵਾਸ ਹੈ, ਤੇ ਜਿਨ੍ਹਾਂ ਦਾ ਹਿਰਦਾ ਡੋਲਿਆ ਨਹੀਂ। ਕੇਵਲ ਇੱਕ ਬੇਬੇ ਨਾਨਕੀ ਜੀ ਇਸ ਤਰ੍ਹਾਂ ਦੇ ਹਨ। ਸੋਦਰ ਇਸਰ ਕੋ ਅਵਤਾਰ ਕਰੈ ਨਰ ਖੇਲ ਅਪੇਲ ਸਦਾਈ। ਤੇ ਇਸ ਤਰ੍ਹਾਂ ਜਾਣਦੇ ਹਨ ਕਿ ਮੇਰੇ ਭਰਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਅਵਤਾਰ ਹਨ। ਕਰੈ ਨਰ ਖੇਲ, ਇੱਥੇ ਸੰਸਾਰੀ ਲੀਲਾ ਕਰ ਰਹੇ ਹਨ। ਅਪੇਲ ਸਦਾਈ, ਉਹ ਸਦਾ ਹੀ ਅਟਲ ਹਨ, ਸਦਾ ਹੀ ਨਾਸ਼ ਤੋਂ ਰਹਿਤ ਹਨ। ਕੰਤ ਕੇ ਸੰਗ ਗਿਰਾ ਉਚਰੇ ਪਰ ਧੀਰ ਧਰੋ ਤਜ ਆਤਰ ਤਾਏ। ਤੇ ਆਪਣੇ ਪਤੀ ਦੇ ਤਾਈ ਬੇਬੇ ਨਾਨਕੀ ਜੀ ਕਹਿਣ ਲੱਗੇ ਹਨ ਕਿ ਆਪਣੇ ਪਤੀ ਨੂੰ ਕਹਿੰਦੇ ਹਨ ਹਿਰਦੇ ਵਿੱਚ ਧੀਰਜ ਧਾਰਨ ਕਰੋ, ਹਿਰਦੇ ਦੇ ਵਿੱਚ ਧੀਰਜ ਧਾਰਨ ਕਰਕੇ ਸਤਿਗੁਰੂ ਗਰੀਬ ਨਿਵਾਜ ਜੀਆਂ ਦੇ ਉੱਪਰ ਭਰੋਸਾ ਰੱਖਣਾ ਕਰੋ। ਹਿਰਦੇ ਦੇ ਦੁੱਖ ਨੂੰ, ਚਿੰਤਾ ਨੂੰ ਦੂਰ ਕਰ ਦੇਵੋ। ਵਾਸਰ ਨਾਹੇ ਜਥਾ ਗ੍ਰਸ ਰਾਹੋ ਤਥਾ ਵਿਦ ਆਹੇ ਹੋਵੇ ਵਿਦਤਾਈ। ਜਿਵੇਂ ਰਾਹੂ ਜਿਹੜਾ ਹੈ ਇਹ ਦਿਨ ਦੇ ਪਤੀ ਭਾਵ ਕਿ ਸੂਰਜ ਨੂੰ ਗ੍ਰਸ ਲੈਂਦਾ ਹੈ, ਗ੍ਰਹਿਣ ਲਾ ਦਿੰਦਾ ਹੈ, ਪਰ ਫਿਰ ਜਿਹੜਾ ਸੂਰਜ ਹੈ ਪ੍ਰਗਟ ਹੋ ਜਾਂਦਾ ਹੈ। ਉਸੇ ਪ੍ਰਕਾਰ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਹੀ ਆ ਕਰਕੇ ਪ੍ਰਗਟ ਹੋਣਾ ਕਰਨਗੇ। ਸੁਨ ਕਾਨ ਜੈ ਰਾਮ ਭਨੇ ਵਚਨਾ ਜਲ ਜਾਤ ਵਿਲੋਚਨ ਤੇ ਜਲ ਜਾਤਾ। ਤੇ ਇਸ ਤਰ੍ਹਾਂ ਦੇ ਬਚਨ ਜਦੋਂ ਭਾਈਆ ਜੈ ਰਾਮ ਜੀ ਨੇ ਆਪਣੇ ਕੰਨਾਂ ਦੇ ਵਿੱਚ ਸੁਣੇ ਹਨ, ਤੇ ਆਪਣੇ ਕੰਨਾਂ ਦੇ ਵਿੱਚ ਇਸ ਤਰ੍ਹਾਂ ਦੇ ਬਚਨ ਸੁਣ ਕਰਕੇ ਆਪਣੇ ਨੇਤਰਾਂ ਦੇ ਵਿੱਚੋਂ ਜਿਹੜਾ ਪਾਣੀ ਹੈ ਡਿੱਗਦਾ ਜਾ ਰਿਹਾ ਹੈ, ਹੰਝੂ ਡੇਗ ਰਹੇ ਹਨ। ਬਹੁ ਜਾਰ ਪਸਾਰ ਕੈ ਬਾਰ ਨਿਹਾਰਨ ਕੇਵਟ ਬੀਚ ਬਰੇ ਮਿਲਵਾਤਾ। ਜਿਹੜੇ ਹੋਰ ਮਲਾ ਆਦਿਕ ਸਨ ਉਹ ਵੀ ਬਹੁ ਜਾਰ ਪਸਾਰ ਕੇ ਬਾਰ ਨਿਹਾਰਨ, ਬੜੇ ਹੀ ਜਾਲ ਆਦਿਕ ਡਾਲ ਕਰਕੇ ਪਾਣੀ ਨੂੰ ਦੇਖਦੇ ਹਨ। ਜਿਹੜੇ ਮਲਾਹ ਹਨ ਉਹ ਨਾਵ ਦੇ ਵਿੱਚ ਖੜੇ, ਨਦੀ ਦੇ ਵਿੱਚ ਖੜੇ ਹੋ ਕਰਕੇ ਅਨੇਕਾਂ ਪ੍ਰਕਾਰ ਦੇ ਯਤਨ ਕਰਦੇ ਹਨ, ਗੱਲਾਂ ਕਰਦੇ ਹਨ। ਚਖ ਕਛਪ ਬ੍ਰਿੰਦ ਫਸੇ ਨਿਕਸੇ ਸਭ ਖੋਜਤ ਕੇ ਨਹਿ ਪਾਵਤ ਗਿਆਤਾ। ਤੇ ਪਰੰਤੂ ਜਾਲ ਦੇ ਵਿੱਚ ਅੱਗੇ ਝੱਖ, ਮੱਛੀਆਂ ਆਦਿਕ, ਕੱਛੂ ਆਦਿਕ ਅਤੇ ਹੋਰ ਬਹੁਤੇ ਜਿਹੜੇ ਜੀਵ ਜੰਤੂ ਹਨ ਫਸ ਕਰਕੇ ਆ ਜਾਂਦੇ ਹਨ, ਪਰੰਤੂ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਸਾਹਿਬ ਜੀਆਂ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਸਭ ਖੋਜ ਥੱਕੇ ਨਹਿ ਪਾਵਤ ਗਿਆਤਾ। ਸਾਰੇ ਹੀ ਸਤਿਗੁਰੂ ਗਰੀਬ ਨਿਵਾਜ ਜੀਆਂ ਨੂੰ ਭਾਲ ਕਰਕੇ, ਲੱਭ ਕਰਕੇ ਥੱਕ ਚੁੱਕੇ ਹਨ, ਪਰੰਤੂ ਕਿਸੇ ਨੂੰ ਸੋਝੀ ਨਹੀਂ ਹੈ। ਤ੍ਰਿਪਤਾਦ ਨਿਰਾਸ ਫਿਰੈ ਪਛਤਾਏ ਉਪਾਏ ਕੀਏ ਬਹੁ ਸੋਨਾ ਗਿਆਤਾ। ਬੜੇ ਉਪਾਅ ਕੀਤੇ ਸਤਿਗੁਰੂ ਗਰੀਬ ਨਿਵਾਜ ਜੀਆਂ ਨੂੰ ਲੱਭਣ ਵਾਸਤੇ, ਪਰੰਤੂ ਕਿਸੇ ਨੂੰ ਸੋਝੀ ਨਹੀਂ ਆਈ, ਕਿਸੇ ਨੂੰ ਸਤਿਗੁਰੂ ਗਰੀਬ ਨਿਵਾਜ ਜੀ ਲੱਭੇ ਨਹੀਂ ਹਨ। ਨਵਾਬ ਦੌਲਤ ਖਾਨ ਆਦਿਕ ਹੋਰ ਜਿੰਨੇ ਵੀ ਉੱਥੇ ਖੜੇ ਸਨ ਸਾਰੇ ਹੀ ਹਾਰ ਚੁੱਕੇ ਹਨ, ਥੱਕ ਚੁੱਕੇ ਨੇ, ਨਿਰਾਸ਼ ਹੋ ਰਹੇ ਹਨ। ਹੋਰ ਜਿੰਨੇ ਵੀ ਸਾਰੇ ਖੜੇ ਹਨ ਸਾਰੇ ਉਦਾਸ ਹੋ ਕਰਕੇ ਰੋਣਾ ਕਰਦੇ ਨੇ, ਵਿਰਲਾਪ ਕਰਦੇ ਹਨ, ਹਿਰਦੇ ਵਿੱਚ ਝੂਰਦੇ ਨੇ, ਆਪਸ ਦੇ ਵਿੱਚ ਗੱਲਾਂ ਕਰਦੇ ਹਨ। ਹੁਣ ਅੱਗੇ ਜਿਵੇਂ ਸਤਿਗੁਰੂ ਗਰੀਬ ਨਿਵਾਜ ਜੀ ਕੌਤਕ ਕਰਦੇ ਹਨ, ਜਿਵੇਂ ਸਤਿਗੁਰੂ ਗਰੀਬ ਨਿਵਾਜ ਜੀ ਪਰਮਾਤਮਾ ਨੂੰ ਮਿਲ ਕਰਕੇ ਵਾਪਸ ਆਉਣਾ ਕਰਦੇ ਹਨ, ਜਿਵੇਂ ਅੱਗੇ ਕਥਾ ਵਿਚਾਰ ਆਉਂਦੀ ਹੈ, ਆਪਾਂ ਆਉਣ ਵਾਲੇ ਪ੍ਰਸੰਗਾਂ ਦੇ ਅੰਦਰ ਸਰਵਣ ਕਰਾਂਗੇ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। ਇੱਥੋਂ ਤੱਕ ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਅਗਾਹਾਂ ਤੋਂ ਸਤਿਗੁਰੂ ਜੀ ਸਮਤ ਬਖਸ਼ਣ ਜੀ। ਚਖ ਕਛਪ ਬ੍ਰਿਧ ਫਸੇ ਨਿਕਸੇ ਸਭ ਖੋਜ ਥਕੇ ਨਹਿ ਪਾਵਤ ਗਿਆਤਾ। ਨਿਰਪਤਾਦ ਨਿਰਾਸ ਫਿਰੈ ਪਛਤਾਏ ਉਪਾਏ ਕੀਏ ਬਹੁ ਸੋ ਨਾ ਅਗਾਤਾ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ।
ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।